ਸੁਖਬੀਰ ਸਿੰਘ ਬਾਦਲ ਨੇ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਘੋਸ਼ਿਤ ਕੀਤਾ ਉਮੀਦਵਾਰ। ਕੱਲ ਜਲਾਲਾਬਾਦ ਤੋਂ ਆਪਣੇ ਆਪ ਨੂੰ ਘੋਸ਼ਿਤ ਕੀਤਾ ਸੀ ਉਮੀਦਵਾਰ। ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੇ LIC ਨਾਲ ਜੁੜਿਆ ਪੁੱਛਿਆ ਸਵਾਲ ਤਾਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸਾਧਿਆ ਨਿਸ਼ਾਨਾ। ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੇ ਲੋਕ ਸਭਾ 'ਚ ਚੁੱਕਿਆ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦਾ ਮੁੱਦਾ। ਪਾਸਪੋਰਟ ਰਿਨਿਊ ਕਰਵਾਉਣ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਬਾਰੇ ਕਰਵਾਇਆ ਜਾਣੂ। ਕੇਂਦਰੀ ਮੰਤਰੀ ਨੂੰ ਮਿਲਦੀ ਸੁਵਿਧਾਵਾਂ ਤੇ MLA ਰਾਜਾ ਵੜਿੰਗ ਨੇ ਚੁੱਕੇ ਸਵਾਲ। ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਚਿੱਠੀ ਲਿਖ ਕੇ ਸਰਕਾਰੀ ਕੋਠੀ ਖਾਲੀ ਕਰਵਾਉਣ ਦੀ ਆਖੀ ਗੱਲ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ 'ਚ ਤੁਹਾਡਾ ਸਵਾਗਤ ਹੈ ਤੇ ਮੈਂ ਹਰਮਨ। ਸੁਖਬੀਰ ਸਿੰਘ ਬਾਦਲ ਨੇ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ। ਬੀਤੇ ਕੱਲ ਜਲਾਲਾਬਾਦ ਵਿੱਚ ਹੋਈ ਪੰਜਾਬ ਮੰਗਦਾ ਹੈ ਜਵਾਬ ਰੈਲੀ ਵਿੱਚ ਉਹਨਾਂ ਨੇ ਜਲਾਲਾਬਾਦ ਤੋਂ ਆਪਣੇ ਆਪ ਨੂੰ ਉਮੀਦਵਾਰ ਘੋਸ਼ਿਤ ਕੀਤਾ ਸੀ ਤੇ ਅੱਜ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ। ਦੱਸਦੇ ਕਿ ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋ ਨੇ ਵੀ ਆਪਣੀ ਦਾਅਵੇਦਾਰੀ ਖੇਮਕਰਨ ਤੋਂ ਠੋਕੀ ਸੀ, ਪਰ ਅੱਜ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ। ਪਰ ਸੁਖਬੀਰ ਬਾਦਲ ਨੇ ਖੇਮਕਰਨ ਸੀਟ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਦਾ 2022 ਚੋਣਾਂ ਦੇ ਵਾਸਤੇ ਉਮੀਦਵਾਰ ਐਲਾਨ ਦਿੱਤਾ ਹੈ। ਬੀਤੇ ਕੱਲ ਹੀ ਸੁਖਬੀਰ ਬਾਦਲ ਨੇ ਜਲਾਲਾਬਾਦ ਦੇ ਵਿੱਚ ਖੁਦ ਨੂੰ ਜਲਾਲਾਬਾਦ ਤੋਂ ਉਮੀਦਵਾਰ ਐਲਾਨਿਆ ਤੇ ਅੱਜ ਦੂਜੀ ਸੀਟ ਦੇ ਵਾਸਤੇ ਉਮੀਦਵਾਰ ਦਾ ਐਲਾਨ ਹੋਇਆ ਹੈ। ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ 2022 ਚੋਣਾਂ ਦੇ ਵਾਸਤੇ ਸੁਖਬੀਰ ਬਾਦਲ ਨੇ ਐਲਾਨ ਦਿੱਤਾ ਹੈ। ਸੀਟ ਨੂੰ ਲੈ ਕੇ ਲਗਾਤਾਰ ਸ਼ਸ਼ੋਪੰਜ ਦੇ ਹਾਲਾਤ ਬਣੇ ਹੋਏ ਸੀ ਕਿਉਂਕਿ ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋ ਦਾ ਦਾਅਵਾ ਸੀ ਕਿ ਖੇਮਕਰਨ ਤੋਂ ਉਮੀਦਵਾਰ ਉਹਨਾਂ ਦੇ ਪਰਿਵਾਰ ਦਾ ਹੋਏਗਾ, ਲੇਕਿਨ ਸੁਖਬੀਰ ਬਾਦਲ ਨੇ ਅੱਜ ਵੱਡੀ ਰੈਲੀ ਦੇ ਦੌਰਾਨ तमाम ਅਟਕਲਾਂ ਦੇ ਉੱਪਰ ਵਿਰਾਮ ਲਗਾਉਂਦੇ ਹੋਏ ਵੱਡਾ ਐਲਾਨ ਕਰ ਦਿੱਤਾ। ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆ ਤੇ ਨਾਲ ਹੀ ਲੋਕਾਂ ਨੂੰ ਧੜੇਬੰਦੀ ਖਤਮ ਕਰਨ ਦੀ ਅਪੀਲ ਵੀ ਕੀਤੀ। ਬੜੇ ਹੀ ਅਲੱਗ ਅੰਦਾਜ਼ ਦੇ ਵਿੱਚ ਸੁਖਬੀਰ ਬਾਦਲ ਨੇ ਮਹਾ ਇਕੱਠ ਦੇ ਵਿੱਚ ਵੱਡਾ ਐਲਾਨ ਕੀਤਾ। ਇਸ ਕਰਕੇ ਅਖੀਰ ਚ ਮੈਂ ਕੋਈ ਭੁੱਲ ਤਾਂ ਨਹੀਂ ਗਿਆ ਹੈ ਕੋਈ ਹੋਰ ਕੋਈ ਅਨਾਉਂਸਮੈਂਟ ਕਰਨ ਵਾਲੀ ਕੀ ਨਹੀਂ ਮੈਂ ਨੇ ਕੀ ਅਗਨੇ ਰੌਲਾ ਕੇ ਪਾਈ ਜਾਂਦੇ ਹੋ ਹੈ। ਅੱਛਾ ਇੱਕ ਦੱਸਿਓ, ਸਹੀ ਮੈਨੂੰ ਦੱਸਿਓ, ਅੱਛਾ ਇੱਕ ਦੱਸਿਓ ਮੈਨੂੰ ਇੱਕ ਗੱਲ ਦੱਸਿਓ ਯਾਰ, ਇੱਕ ਮਿੰਟ। ਖੇਮਕਰਨ ਹਲਕੇ ਦਾ ਆਉਣ ਵਾਲੇ ਇਲੈਕਸ਼ਨ ਚ ਲੜਨ ਵਾਸਤੇ ਕਿਹੜਾ ਉਮੀਦਵਾਰ ਤੁਹਾਨੂੰ ਚਾਹੀਦਾ? आवाज नहीं आ रही। नहीं यार मैनू होर कोई समझी जाना, मैं गौरव तो नहीं। अज अपनी पंजाब मंगदा जवाब की दूजी रैली है। पहला उम्मीदवार तो मैं अपने आप ही करता सी, तो आज मैं ऐलान करदा कि आने वाली इलेक्शन विच खेमकरण तो श्रोमणी अकाली दल दा उम्मीदवार विरसा सिंह वलटोहा मैनू पूरी आस है तुसी सारियां दी जमानतां जब्त कराओगे। वाहिगुरू जी का खालसा, वाहिगुरू जी फतेह। ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਪ੍ਰਸ਼ਨ ਕਾਲ ਦੇ ਦੌਰਾਨ LIC ਨਾਲ ਜੁੜਿਆ ਸਵਾਲ ਚੁੱਕਿਆ ਤਾਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਉਹਨਾਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਿਸੇ ਦੂਜੇ ਦੁਆਰਾ ਦਿੱਤੀ ਗਈ ਪਰਚੀ ਦੇ ਆਧਾਰ ਤੇ ਪ੍ਰਸ਼ਨ ਨਾ ਕਰਨ। ਪਰਚੀਆਂ ਨਾਲ ਨਾ ਕੋਈ ਪਾਸ ਹੁੰਦਾ ਤੇ ਨਾ ਕੋਈ ਇੱਥੇ ਕਿਸੇ ਨੂੰ ਘੇਰ ਸਕਦਾ। ਨਾਲ ਹੀ ਉਹਨਾਂ ਰਵਨੀਤ ਬਿੱਟੂ ਨੂੰ ਨਵੀਂ ਮਿਲੀ ਜ਼ਿੰਮੇਵਾਰੀ ਦੀ ਵੀ ਵਧਾਈ ਦਿੱਤੀ। मंत्री जी से LIC, क्योंकि पीछे चाहे कोरोना हो उसके दौरान सर माइग्रेंट लेबर्स और खास तौर पे गरीब लोग, उनका बहुत बड़ा नुकसान हुआ है, लेकिन जो उनको फायदा मिलना चाहिए था कहीं ना कहीं जो अपना पैसा वो लगाती है LIC, वो कहीं ना लगा के सिर्फ PM केयर फंड में डाल दिया। एक तो ये क्यों, कारण क्या है? एक क्या कोई आप स्पेशल स्कीम, इंश्योरेंस स्कीम्स कोई लोगों के लिए, एक गरीब लोगों के लिए, क्योंकि बहुत बड़ी मार पड़ी है, इनके लिए कोई लॉन्च करेंगे स्पेशल अलग? क्योंकि तीसरी बात, क्योंकि बहुत बड़े रीजन हुए हैं जिसकी द्वारा ये पेमेंट्स नहीं कर पाए। बहुत लोगों की जो किस्तें वो टूटी हैं इस दौरान, क्योंकि कोई कमाई नहीं थी, पैसा नहीं था।
तो उनके लिए आप दोबारा एग्जम्पशन देने की कोई ना कोई सोच रहे हैं कि केवल पीएम केयर फंड के लिए सोच रहे हैं भी सबका पैसा उसमें ही जाए, बाकी किसी को ना मिले। मैं समझता हूं पॉलिटिकल आंसर ना देके जरूर सरकार का मंत्री होते आंसर दे। आप पॉलिटिकल पूछोगे तो पॉलिटिकल जवाब मिलेगा माननीय सदस्य। थैंक यू स्पीकर साहब। माननीय अध्यक्ष जी, माननीय सांसद महोदय को नई जिम्मेदारी मिली है, उसके लिए मैं उनको बधाई देता हूं और आशा करता हूं उस जिम्मेदारी को निभा पाएंगे। केवल किसी के द्वारा दी गई पर्ची से प्रश्न पूछने का प्रयास ना करें। पर्चियों से ना कोई पास होता है, ना यहाँ पे किसी को घेर पाता है। क्योंकि एक सवाल मैंने भी उनसे एक बार पूछा था जब वो राष्ट्रपति भाषण के समय बोल रहे थे कि किस क्लॉज में क्या लिखा है, तब तो वो उत्तर दे नहीं पाए, लेकिन मैं इसका उत्तर जरूर दूंगा। ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ 'ਚ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦਾ ਮੁੱਦਾ ਚੁੱਕਿਆ। ਇਸ ਦੌਰਾਨ ਜਸਬੀਰ ਡਿੰਪਾ ਨੇ ਦੇਸ਼ ਵਿੱਚੋਂ ਪੜ੍ਹਾਈ ਜਾਂ ਕੰਮ ਲਈ ਦੂਜੇ ਦੇਸ਼ਾਂ 'ਚ ਗਏ ਲੋਕਾਂ ਨੂੰ ਪਾਸਪੋਰਟ ਰੀਨਿਊ ਕਰਵਾਉਣ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਮੇਲ ਦੇ ਜਵਾਬ ਲਈ ਕਈ ਵਾਰ ਲੋਕਾਂ ਨੂੰ 3 ਤੋਂ 5 ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਉਹਨਾਂ ਵਿਦੇਸ਼ ਮਾਮਲਿਆਂ ਦੇ ਮੰਤਰੀ ਨੂੰ ਇਸ ਦਾ ਸਮਾਂ ਤੈਅ ਕਰਨ ਦੀ ਅਪੀਲ ਵੀ ਕੀਤੀ। ਬਜਟ ਇਜਲਾਸ ਦੇ ਦੂਜੇ ਪੜਾਅ ਦੀ ਕਾਰਵਾਈ ਦੌਰਾਨ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਦੇਸ਼ ਵਿੱਚੋਂ ਬਹੁਤ ਸਾਰੇ ਲੋਕ ਪੜ੍ਹਾਈ ਜਾਂ ਕੰਮ ਲਈ ਵਿਦੇਸ਼ਾਂ 'ਚ ਜਾਂਦੇ ਨੇ, ਜਿਸ ਦੌਰਾਨ ਉਹਨਾਂ ਨੂੰ ਜਦੋਂ ਵੀ ਪਾਸਪੋਰਟ ਰੀਨਿਊ ਕਰਵਾਉਣ ਦੀ ਲੋੜ ਪੈਂਦੀ ਹੈ ਤਾਂ ਭਾਰਤੀ ਐਮਬੈਸੀ ਵਿੱਚ ਆਪਣਾ ਪਾਸਪੋਰਟ ਰੀਨਿਊ ਕਰਵਾਉਂਦੇ ਨੇ ਅਤੇ ਜਦੋਂ ਦੇਸ਼ 'ਚ ਵਾਪਸ ਆਉਂਦੇ ਨੇ ਤਾਂ ਉਹਨਾਂ ਨੂੰ ਫਿਰ ਪਾਸਪੋਰਟ ਰੀਨਿਊ ਕਰਵਾਉਣ ਦੀ ਲੋੜ ਪੈਂਦੀ ਹੈ। ਇਸ ਦੌਰਾਨ ਮੇਲ ਦੇ ਜਵਾਬ ਲਈ ਕਈ ਵਾਰ ਉਹਨਾਂ ਨੂੰ 3 ਤੋਂ 5 ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਸਭ ਦੇ ਦੌਰਾਨ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਜਸਬੀਰ ਡਿੰਪਾ ਨੇ ਸੰਸਦ ਦੇ ਜ਼ਰੀਏ ਵਿਦੇਸ਼ ਮਾਮਲਿਆਂ ਦੇ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਦਾ ਸਮਾਂ ਤੈਅ ਕੀਤਾ ਜਾਣਾ ਚਾਹੀਦਾ ਹੈ। मैम, ये जो मसला बहुत इम्पोर्टेंट जो आपने मेरे को इजाज़त दी उठाने के लिए, ये अकेला एक स्टेट का नहीं है, ये सारे देश का मसला है। हमारे जो लोग दूसरे देशों में काम करने के लिए जाते हैं, चाहे वो वहाँ पढ़ने के लिए जाते हैं, चाहे किसी भी H-1B वीज़ा या किसी भी वर्क वीज़ा पे जाते हैं, जब वो दूसरे देश में जाते हैं और वहाँ उनको पासपोर्ट रिन्यू करने की ज़रूरत पड़ती है, तो उस टाइम वो हमारे जो हमारे देश का भारत का एम्बेसी है या हाई कमीशन है उसमें जाते हैं और उसमें जाके अपना पासपोर्ट रिन्यू करवाते हैं और अपना वहां का काम करने का या पढ़ने का जब टन्योर खत्म हो जाता है उनका, तो वो वापस देश में आते हैं। देश में आके फिर अगर उनको पासपोर्ट रिन्यू होना होता है तो वो आरपीओ में जाके जहां उनका रेसिडेंस रहता है आरपीओ में जाके अपना पासपोर्ट रिन्यू करने के देते। विडंबना ये है कि अब उनका जो तंगी का शुरू हो जाती है मैम, जब भी वो यहाँ पे रिन्यू करने की एप्लीकेशन देते हैं, हमारा जो आरपीओ है वो एक मेल करता है जहां से पहले जिस एम्बेसी से पहले उसका पासपोर्ट देश की एम्बेसी में रिन्यू हुआ था, 1 मेल 2 मेल 3 मेल, ये सिलसिला साल नहीं 2 साल नहीं, कई बार 3-3 4-4 साल भी चलता है, मगर एम्बेसी से कोई वापस जवाब नहीं आता है। सो उससे क्या रहता है कि वो 4-4 5-5 साल हवा में लटके रहते हैं। मेरी गुजारिश है आपके माध्यम से हमारे जो फॉरेन अफेयर्स मिनिस्टर है कि इसे टाइम बाउंड किया जाए। जब भी आरपीओ से मेल जाती है किसी पासपोर्ट की रिन्यूअल के बारे में, तो उनको 3 महीने में जवाब देना हो, 2 महीने में जवाब देना हो। अगर नहीं उनका जवाब आता तो 3 महीने के वेट करने के बाद ऑटोमेटिकली उस पासपोर्ट को रिन्यू कर दिया जाए। धन्यवाद। ਕੇਂਦਰ ਦੀ ਵਜ਼ਾਰਤ ਤੋਂ ਅਸਤੀਫਾ ਦੇਣ ਤੋਂ ਬਾਅਦ ਵੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਨੂੰ ਮਿਲਦੀਆਂ ਸੁਵਿਧਾਵਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਬਾਰੇ ਬੋਲਦੇ ਹੋਏ ਕਾਂਗਰਸੀ ਐਮਐਲਏ ਰਾਜਾ ਵੜਿੰਗ ਨੇ ਸਵਾਲ ਖੜੇ ਕੀਤੇ। ਵੜਿੰਗ ਨੇ ਕਿਹਾ ਕਿ ਅਸਤੀਫਾ ਦੇਣ ਤੋਂ ਬਾਅਦ ਵੀ ਹਰਸਿਮਰਤ ਬਾਦਲ ਇਹਨਾਂ ਸੁਵਿਧਾਵਾਂ ਨੂੰ ਕਿਵੇਂ ਮਾਣ ਸਕਦੀ ਹੈ। ਉਹਨਾਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਚਿੱਠੀ ਲਿਖ ਕੇ ਸਰਕਾਰੀ ਕੋਠੀ ਖਾਲੀ ਕਰਵਾਉਣ ਦੀ ਗੱਲ ਆਖੀ। ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਹਰਸਿਮਰਤ ਕੌਰ ਬਾਦਲ ਦੇ ਸਰਕਾਰੀ ਬੰਗਲੇ ਨੂੰ ਖਾਲੀ ਕਰਵਾਉਣ ਦਾ ਮੁੱਦਾ ਚੁੱਕਿਆ, ਜਿਸ ਬਾਰੇ ਉਹਨਾਂ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਚਿੱਠੀ ਵੀ ਲਿਖੀ ਹੈ। ਚਿੱਠੀ ਦੇ ਵਿੱਚ ਰਾਜਾ ਵੜਿੰਗ ਨੇ ਲਿਖਿਆ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਉਹ ਮਹਿਜ਼ ਐਮਪੀ ਹੈ, ਫਿਰ ਉਹ ਕੈਬਨਿਟ ਮਿਨਿਸਟਰ ਵਾਲੀਆਂ ਫੈਸਿਲਿਟੀਜ਼ ਕਿਵੇਂ ਮੰਨ ਰਹੇ ਨੇ। ਰਾਜਾ ਵੜਿੰਗ ਨੇ ਲਿਖਿਆ ਕਿ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਹਰਸਿਮਰਤ ਕੌਰ ਬਾਦਲ ਹਾਲੇ ਤੱਕ ਕੈਬਨਿਟ ਮਿਨਿਸਟਰ ਵਾਲੀਆਂ ਫੈਸਿਲਿਟੀਜ਼ ਜਿਵੇਂ ਕਿ
ਬੰਗਲਾ ਅਤੇ ਸਿਕਿਉਰਿਟੀ ਦਾ ਆਨੰਦ ਮਾਣ ਰਹੇ ਨੇ, ਜੋ ਕਿ ਹੁਣ ਤੱਕ ਉਹਨਾਂ ਤੋਂ ਵਾਪਸ ਲੈ ਲੈਣੀਆਂ ਚਾਹੀਦੀਆਂ ਸੀ। ਰਾਜਾ ਵੜਿੰਗ ਨੇ ਕਿਹਾ ਕਿ ਇੱਕੋ ਜਿਹੇ ਨਿਯਮ ਹੀ ਸਾਰਿਆਂ ਦੇ ਵਾਸਤੇ ਅਪਣਾਏ ਜਾਣ, ਇਸ ਲਈ ਉਹ ਮੰਗ ਕਰਦੇ ਨੇ ਕਿ ਹਰਸਿਮਰਤ ਕੌਰ ਬਾਦਲ ਦੇ ਕੋਲੋਂ ਇਹ ਬੰਗਲਾ ਖਾਲੀ ਕਰਵਾਇਆ ਜਾਵੇ। ਦੱਸਦੀ ਕਿ ਇਸ ਤੋਂ ਪਹਿਲਾਂ ਵੀ ਰਾਜਾ ਵੜਿੰਗ ਨੇ ਟਵੀਟ ਕਰਕੇ ਇਹ ਮੁੱਦਾ ਚੁੱਕਿਆ ਸੀ ਤੇ ਹੁਣ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਦੇ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਚਿੱਠੀ ਲਿਖ ਕੇ ਇਸ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ, ਜਿਸ 'ਚ ਉਹਨਾਂ ਨੇ ਲਿਖਿਆ ਕਿ ਹਰਸਿਮਰਤ ਕੌਰ ਬਾਦਲ ਦੇ ਕੋਲੋਂ ਸਰਕਾਰੀ ਬੰਗਲਾ ਖਾਲੀ ਕਿਉਂ ਨਹੀਂ ਕਰਵਾਇਆ ਗਿਆ, ਕਿ ਹਾਲੇ ਵੀ ਦੋਹਾਂ ਪਾਰਟੀਆਂ ਦੇ ਵਿੱਚ ਕੋਈ ਫੈਸਿਲਿਟੀ ਅਲਾਈਅੰਸ ਹੈ ਜਿਸ ਦੇ ਤਹਿਤ ਅਜਿਹਾ ਨਹੀਂ ਕੀਤਾ ਜਾ ਰਿਹਾ। ਦੱਸਦੀ ਕਿ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ, ਜਿਸ ਦੇ ਚੱਲਦੇ ਹੀ ਰਾਜਾ ਵੜਿੰਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਈ ਮਹੀਨੇ ਪਹਿਲਾਂ ਜਦ ਅਸਤੀਫਾ ਦੇ ਦਿੱਤਾ ਸੀ ਤਾਂ ਹੁਣ ਤੱਕ ਕੈਬਨਿਟ ਮੰਤਰੀ ਵਾਲੀਆਂ ਸਹੂਲਤਾਂ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਿਉਂ ਮਾਣੀਆਂ ਜਾ ਰਹੀਆਂ ਨੇ। ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੇ ਭਾਜਪਾ ਆਗੂ ਸਾਕਸ਼ੀ ਮਹਾਰਾਜ ਨੇ ਇੱਕ ਵਾਰ ਫਿਰ ਤੋਂ ਵਿਵਾਦਿਤ ਬਿਆਨ ਦਿੱਤਾ ਹੈ। ਸਾਕਸ਼ੀ ਮਹਾਰਾਜ ਨੇ ਦਿੱਲੀ 'ਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖਾਲਿਸਤਾਨੀ ਅਤੇ ਅੱਤਵਾਦੀ ਦੱਸਿਆ। ਉਹਨਾਂ ਕਿਹਾ ਕਿ ਜੋ ਲੋਕ ਕਿਸਾਨ ਦੇ ਨਾਮ ਤੇ ਅੰਦੋਲਨ ਕਰ ਰਹੇ ਨੇ ਉਹ ਕਿਸਾਨ ਨਹੀਂ, ਉਹ ਤਾਂ ਖਾਲਿਸਤਾਨੀ ਜਾਂ ਫਿਰ ਅੱਤਵਾਦੀ ਨੇ। ਇਸ ਦੌਰਾਨ ਉਹਨਾਂ ਰਾਕੇਸ਼ ਟਿਕੈਤ ਤੇ ਵੀ ਕਈ ਇਲਜ਼ਾਮ ਲਗਾਏ। ਹਮੇਸ਼ਾ ਆਪਣੇ ਵਿਵਾਦਿਤ ਬਿਆਨਾਂ ਦੇ ਕਰਕੇ ਅਕਸਰ ਚਰਚਾਵਾਂ ਦੇ ਵਿੱਚ ਰਹਿਣ ਵਾਲੇ ਉਨਾਵ ਤੋਂ ਬੀਜੇਪੀ ਸਾਂਸਦ ਸਾਕਸ਼ੀ ਮਹਾਰਾਜ ਨੇ ਇੱਕ ਵਾਰ ਫਿਰ ਕਿਸਾਨ ਅੰਦੋਲਨ ਤੇ ਵਿਵਾਦਿਤ ਬਿਆਨ ਦਿੱਤਾ ਹੈ। ਸਾਕਸ਼ੀ ਮਹਾਰਾਜ ਨੇ ਅੰਦੋਲਨਕਾਰੀ ਕਿਸਾਨਾਂ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਾਂ ਤਾਂ ਇਹ ਕਿਸਾਨ ਆਤੰਕੀ ਨੇ ਜਾਂ ਖਾਲਿਸਤਾਨੀ ਨੇ ਜਾਂ ਫਿਰ ਕਿਸੇ ਰਾਜਨੀਤਿਕ ਦਲ ਦੇ ਨੁਮਾਇੰਦੇ ਨੇ। ਇੰਨਾ ਹੀ ਨਹੀਂ, ਸਾਕਸ਼ੀ ਮਹਾਰਾਜ ਨੇ ਰਾਕੇਸ਼ ਟਿਕੈਤ ਤੇ ਵੀ ਵੱਡੇ ਇਲਜ਼ਾਮ ਲਗਾਏ। ਉਹਨਾਂ ਨੇ ਕਿਹਾ ਕਿ ਰਾਜਨੀਤੀਕਰਨ ਲਈ ਰਾਕੇਸ਼ ਟਿਕੈਤ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਤੇ ਇਸੇ ਕਰਕੇ ਉਹ ਕਿਸਾਨ ਅੰਦੋਲਨ ਦੇ ਵਿੱਚ ਵੀ ਸ਼ਾਮਲ ਹੋਏ ਨੇ ਤੇ ਕਾਂਗਰਸ ਵੱਲੋਂ ਉਹਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। वो किसान है ही नहीं, या तो खालिस्तानी है या आतंकी हैं या दलाल हैं या राजनीतिक पार्टी का कुछ लोग हैं। अब राकेश टिकैत को अगर हम लें तो 2014 में राकेश टिकैत हमारे प्रत्याशी के सामने अजीत सिंह की पार्टी से चुनाव लड़े थे लोकसभा का, 9000 ही वोट नहीं मिले थे। तो जिस आदमी को 9000 वोट न मिले हों, अब अपनी धरती तलाशने के लिए किसान का आंदोलन लेके खड़ा हो जाए। ऐसे ही आपके राजस्थान में कांग्रेस सरकार है, कुछ यहां से पुश कर दिया गया, वो पंजाब में कांग्रेस सरकार है, वहां से पुश कर दिया गया। तो ये राजनीतिक स्टैंड है। किसान तो खेत में काम कर रहा है, क्या यूपी में किसान नहीं है, हरियाणा में किसान नहीं है, मध्य प्रदेश में किसान नहीं है, सारे छत्तीसगढ़ सारे देश में किसान है। कहीं किसान आंदोलित नहीं है। पर दिल्ली के बॉर्डरों पर, जो बॉर्डर राजस्थान से सटता है, जो पंजाब से सटता है, वहां पर केवल एक तमाशा हो रहा है। किसान खेत में काम कर रहा है। और एमएसपी जो आरोप लगाए गए लोकसभा में, हमारे कृषि मंत्री जी ने कहा कि ये काला कानून, तो कानून में काला बताओ क्या है, हम निकाल देते काले काले को, सफेद रहने देते। तो वो ये कुछ बता नहीं रहे कि इसमें क्या है। ये काला कानून तो बिना मतलब की वही बात मैं फिर दोहराना चाहूंगा, विपक्ष के पास कुछ नहीं रह गया है। केवल ਅੱਜ ਦੇਸ਼ ਭਰ ਵਿੱਚ ਬੈਂਕ ਕਰਮਚਾਰੀਆਂ ਵੱਲੋਂ 2 ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ। ਦਰਅਸਲ 2 ਬੈਂਕਾਂ ਦੇ ਨਿੱਜੀਕਰਨ ਦੇ ਪ੍ਰਸਤਾਵ ਦੇ ਖਿਲਾਫ ਇਹ ਹੜਤਾਲ ਕੀਤੀ ਜਾ ਰਹੀ ਹੈ। ਜਿੱਥੇ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋਵੇਗਾ, ਉੱਥੇ ਹੀ ਬੈਂਕਾਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਦੱਸਦੇ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਦੇ ਵਿੱਚ ਐਲਾਨ ਕੀਤਾ ਸੀ ਕਿ ਸਰਕਾਰ ਨੇ ਇਸ ਸਾਲ 2 ਸਰਕਾਰੀ ਬੈਂਕਾਂ ਅਤੇ ਇੱਕ ਬੀਮਾ ਕੰਪਨੀ ਦੇ ਨਿੱਜੀਕਰਨ ਦਾ ਫੈਸਲਾ ਲਿਆ, ਜਿਸ ਨੂੰ ਲੈ ਕੇ ਬੈਂਕ ਕਰਮਚਾਰੀ ਨਿਰਾਸ਼ ਹਨ ਤੇ 2 ਦਿਨ ਦੀ ਹੜਤਾਲ ਤੇ ਬੈਠੇ ਨੇ। ਅੱਜ ਦੇਸ਼ ਭਰ ਦੇ ਵਿੱਚ ਬੈਂਕ ਕਰਮਚਾਰੀ ਹੜਤਾਲ ਤੇ ਰਹਿਣਗੇ। ਅੱਜ ਤੇ ਕੱਲ 2 ਦਿਨਾਂ ਦੀ ਇਸ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਦਰਅਸਲ 2 ਬੈਂਕਾਂ ਦੇ ਨਿੱਜੀਕਰਨ ਦੇ ਪ੍ਰਸਤਾਵ ਦੇ ਖਿਲਾਫ ਅੱਜ ਤੇ ਕੱਲ ਇਹ ਹੜਤਾਲ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਰਹੇਗਾ। ਹੜਤਾਲ ਦੇ ਚੱਲਦਿਆਂ ਬੈਂਕਾਂ ਦੀਆਂ ਬ੍ਰਾਂਚਾਂ ਦੇ ਵਿੱਚ ਪੈਸੇ ਕਢਵਾਉਣੇ, ਜਮ੍ਹਾਂ ਕਰਾਉਣੇ, ਚੈੱਕ ਕਲੀਅਰੈਂਸ ਅਤੇ ਲੋਨ ਮਨਜ਼ੂਰੀ ਵਰਗੀਆਂ ਸੇਵਾਵਾਂ ਤੇ ਅਸਰ ਪਵੇਗਾ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਦੇ ਬੈਨਰ ਦੇ ਤਲੇ 9 ਯੂਨੀਅਨਸ ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਆਲ ਇੰਡੀਆ ਬੈਂਕ EMPLOYEES ਐਸੋਸੀਏਸ਼ਨ ਦੇ ਜਨਰਲ ਸੈਕਟਰੀ CH ਵੈਂਕਟਚਲਮ ਨੇ 10 ਲੱਖ ਕਰਮਚਾਰੀਆਂ ਦੇ ਹੜਤਾਲ 'ਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਭਾਰਤੀ ਸਟੇਟ ਬੈਂਕ ਅਤੇ ਕੈਨਰਾ ਬੈਂਕ ਸਮੇਤ ਕਈ ਸਰਕਾਰੀ ਬੈਂਕਾਂ ਨੇ ਪਹਿਲਾਂ ਹੀ ਆਪਣੇ ਗ੍ਰਾਹਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਹੜਤਾਲ ਦੇ ਚੱਲਦੇ ਉਹਨਾਂ ਦੇ ਦਫ਼ਤਰ ਅਤੇ ਬ੍ਰਾਂਚਾਂ ਦੇ ਕੰਮ ਤੇ ਅਸਰ ਪਏਗਾ। ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਦੇ ਵਿੱਚ ਐਲਾਨ ਕੀਤਾ ਸੀ ਕਿ ਸਰਕਾਰ ਨੇ ਇਸ ਸਾਲ 2 ਸਰਕਾਰੀ ਬੈਂਕ ਅਤੇ ਇੱਕ ਬੀਮਾ ਕੰਪਨੀ ਦੇ ਨਿੱਜੀਕਰਨ ਦਾ ਫੈਸਲਾ ਲਿਆ ਹੈ, ਜਦਕਿ ਪਿਛਲੇ 4 ਸਾਲਾਂ ਦੇ ਵਿੱਚ
ਪਬਲਿਕ ਸੈਕਟਰ ਦੀਆਂ 14 ਬੈਂਕਾਂ ਦਾ ਰਲੇਵਾਂ ਕੀਤਾ ਜਾ ਚੁੱਕਾ ਹੈ। ਇਸੇ ਦੇ ਖਿਲਾਫ ਬੈਂਕ ਯੂਨੀਅਨਸ ਦੇ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ ਬੈਂਕਾਂ ਦੇ ਏਟੀਐਮ ਤਾਂ ਹੜਤਾਲ ਦੇ ਦੌਰਾਨ ਚੱਲਦੇ ਰਹਿਣਗੇ, ਲੇਕਿਨ ਬੈਂਕਾਂ ਦੇ ਵਿੱਚ ਕੰਮਕਾਜ ਲਗਭਗ ਠੱਪ ਰਹੇਗਾ ਕਿਉਂਕਿ ਜ਼ਿਆਦਾਤਰ ਕਰਮਚਾਰੀ ਅੱਜ ਅਤੇ ਕੱਲ੍ਹ ਹੜਤਾਲ ਤੇ ਰਹਿਣਗੇ। ਅੱਜ ਦੇਸ਼ ਭਰ ਦੇ ਵਿੱਚ ਬੈਂਕ ਕਰਮਚਾਰੀ ਹੜਤਾਲ ਤੇ ਰਹਿਣਗੇ। ਅੱਜ ਅਤੇ ਕੱਲ੍ਹ 2 ਦਿਨਾਂ ਦੀ ਇਸ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਦਰਅਸਲ 2 ਬੈਂਕਾਂ ਦੇ ਨਿੱਜੀਕਰਨ ਦੇ ਪ੍ਰਸਤਾਵ ਦੇ ਖਿਲਾਫ ਅੱਜ ਅਤੇ ਕੱਲ੍ਹ ਇਹ ਹੜਤਾਲ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਰਹੇਗਾ। ਹੜਤਾਲ ਦੇ ਚੱਲਦਿਆਂ ਬੈਂਕਾਂ ਦੀਆਂ ਬ੍ਰਾਂਚਾਂ ਦੇ ਵਿੱਚ ਪੈਸੇ ਕਢਵਾਉਣੇ, ਜਮ੍ਹਾਂ ਕਰਾਉਣੇ, ਚੈੱਕ ਕਲੀਅਰੈਂਸ ਅਤੇ ਲੋਨ ਮਨਜ਼ੂਰੀ ਵਰਗੀਆਂ ਸੇਵਾਵਾਂ ਤੇ ਅਸਰ ਪਵੇਗਾ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਦੇ ਬੈਨਰ ਦੇ ਤਲੇ 9 ਯੂਨੀਅਨਸ ਨੇ ਇਹ ਹੜਤਾਲ ਦਾ ਸੱਦਾ ਦਿੱਤਾ ਹੈ। ਆਲ ਇੰਡੀਆ ਬੈਂਕ EMPLOYEES ਐਸੋਸੀਏਸ਼ਨ ਦੇ ਜਨਰਲ ਸੈਕਟਰੀ CH ਵੈਂਕਟਚਲਮ ਨੇ 10 ਲੱਖ ਕਰਮਚਾਰੀਆਂ ਦੇ ਹੜਤਾਲ 'ਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਭਾਰਤੀ ਸਟੇਟ ਬੈਂਕ ਅਤੇ ਕੈਨਰਾ ਬੈਂਕ ਸਮੇਤ ਕਈ ਸਰਕਾਰੀ ਬੈਂਕਾਂ ਨੇ ਪਹਿਲਾਂ ਹੀ ਆਪਣੇ ਗ੍ਰਾਹਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਹੜਤਾਲ ਦੇ ਚੱਲਦੇ ਉਹਨਾਂ ਦੇ ਦਫ਼ਤਰ ਅਤੇ ਬ੍ਰਾਂਚਾਂ ਦੇ ਕੰਮ ਤੇ ਅਸਰ ਪਏਗਾ। ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਦੇ ਵਿੱਚ ਐਲਾਨ ਕੀਤਾ ਸੀ ਕਿ ਸਰਕਾਰ ਨੇ ਇਸ ਸਾਲ 2 ਸਰਕਾਰੀ ਬੈਂਕ ਅਤੇ ਇੱਕ ਬੀਮਾ ਕੰਪਨੀ ਦੇ ਨਿੱਜੀਕਰਨ ਦਾ ਫੈਸਲਾ ਲਿਆ ਹੈ, ਜਦਕਿ ਪਿਛਲੇ 4 ਸਾਲਾਂ ਦੇ ਵਿੱਚ ਪਬਲਿਕ ਸੈਕਟਰ ਦੀਆਂ 14 ਬੈਂਕਾਂ ਦਾ ਰਲੇਵਾਂ ਕੀਤਾ ਜਾ ਚੁੱਕਾ ਹੈ। ਇਸੇ ਦੇ ਖਿਲਾਫ ਬੈਂਕ ਯੂਨੀਅਨਸ ਦੇ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ ਬੈਂਕਾਂ ਦੇ ਏਟੀਐਮ ਤਾਂ ਹੜਤਾਲ ਦੇ ਦੌਰਾਨ ਚੱਲਦੇ ਰਹਿਣਗੇ, ਲੇਕਿਨ ਬੈਂਕਾਂ ਦੇ ਵਿੱਚ ਕੰਮਕਾਜ ਲਗਭਗ ਠੱਪ ਰਹੇਗਾ ਕਿਉਂਕਿ ਜ਼ਿਆਦਾਤਰ ਕਰਮਚਾਰੀ ਅੱਜ ਅਤੇ ਕੱਲ੍ਹ ਹੜਤਾਲ ਤੇ ਰਹਿਣਗੇ। ਇਸ ਟਾਈਮ ਵੀ ਤੁਸੀਂ ਲੁਧਿਆਣੇ ਦੇਖੋਗੇ, ਸਿਰਫ ਇਸ ਜਗ੍ਹਾ ਨਹੀਂ ਹੈ, ਰੇਲਵੇ ਸਟੇਸ਼ਨ 4-5 ਜਗ੍ਹਾ ਹੋਰ ਇੰਨੀ ਹੀ ਪਬਲਿਕ ਤੁਹਾਨੂੰ ਦਿਖਾਈ ਦੇਗੀ, ਬਲਕਿ ਇਸ ਤੋਂ ਜ਼ਿਆਦਾ ਦਿਖਾਈ ਦੇਗੀ। ਉਹਦਾ ਕਾਰਨ ਇਹ ਹੈ ਕਿ ਅਸੀਂ ਵਿੱਤ ਮੰਤਰੀ ਨੇ ਕਹਿ ਤਾਂ ਦਿੱਤਾ ਕਿ ਨਿੱਜੀਕਰਨ ਕਰ ਦਿਓ, ਪਰ ਉਹਨਾਂ ਦੇ ਸਾਈਡ ਇਫੈਕਟ ਪਤਾ ਹੀ ਨਹੀਂ ਹੈ ਉਹਨਾਂ ਨੂੰ। ਉਹਦੇ ਨਾਲ ਕੀ ਹੋਏਗਾ, ਜਿਹੜੇ ਪ੍ਰਾਈਵੇਟ ਬੈਂਕ ਹੈ, ਇੱਕ ਤਾਂ ਉਹ EMPLOYEES ਛਾਂਟ ਦੇਣਗੇ, ਕੱਢ ਦੇਣਗੇ ਬਾਹਰ। ਉਹਦੇ ਨਾਲ ਕੀ ਹੋਏਗਾ, ਬੇਰੁਜ਼ਗਾਰੀ ਵਧੇਗੀ, ਨੰਬਰ 1। ਨੰਬਰ 2, ਜਿਹੜੀ ਆਮ ਪਬਲਿਕ ਹੈ, ਜਿਸ ਤਰ੍ਹਾਂ ਕੋਈ ਮੀਡੀਅਮ ਜਾਂ ਗਰੀਬ ਜਨਤਾ ਹੈ, ਉਹਦੇ ਅਸੀਂ ਅਕਾਊਂਟ ਖੋਲ੍ਹਦੇ ਹਾਂ 0 ਨਾਲ, ਔਰ ਮੈਕਸਿਮਮ ਜਿਹੜਾ ਬੈਲੈਂਸ ਹੈ 2000, ਔਰ ਜਿਹੜੇ ਪ੍ਰਾਈਵੇਟ ਹੈਗੇ ਆ ਉਹਦਾ ਬੈਲੈਂਸ ਹੁੰਦਾ 10000। ਠੀਕ ਹੈ, ਅਗਰ ਤੁਹਾਨੂੰ ਲੱਗਦਾ ਕਿ ਪ੍ਰਾਈਵੇਟ ਬੰਦਾ ਆ ਕੇ ਤੁਹਾਡੇ ਘਰ ਤੁਹਾਨੂੰ ਲੋਨ ਦੇ ਕੇ ਜਾਂਦਾ, ਉਹਦੇ ਫਾਰਮ ਭਰਦਾ ਹੈ, ਔਰ ਤੁਸੀਂ ਇਹ ਦੇਖੋ ਕਿ ਉਹ ਚਾਰजेस ਕਿੰਨੇ ਲੈਂਦਾ ਹੈ। ਸਾਡੇ ਇੱਕ ਚੈੱਕ ਰਿਟਰਨ ਦੇ ਚਾਰजेस ਹੈਗੇ ਆ 20 ਤੋਂ 50 ਰੁਪੀਸ, ਔਰ ਤੁਸੀਂ ਦੇਖੋਗੇ ਗਵਰਨਮੈਂਟ ਜਿਹੜਾ ਪ੍ਰਾਈਵੇਟ ਬੈਂਕ ਹੈ ਉਹਦੇ ਚਾਰजेस ਹੈਗੇ 250 ਤੋਂ ਲੈ ਕੇ 500 ਤੱਕ। ਹੁਣ ਤੁਸੀਂ ਇਹ ਦੇਖੋ ਵੀ ਜਿਹੜੀ ਗਰੀਬ ਜਨਤਾ ਹੈ ਜਾਂ ਆਮ ਜਨਤਾ ਹੈ, ਮੀਡੀਅਮ ਜਨਤਾ ਹੈ, ਉਹ ਕਿੱਥੇ ਅਕਾਊਂਟ ਖੁਲਾਏਗੀ, ਗਵਰਨਮੈਂਟਸ ਕੇ ਪ੍ਰਾਈਵੇਟ 'ਚ? ਉਹ 3 ਬੈਂਕਸ ਨੂੰ ਉਹ ਕਰ ਰਹੇ ਸੀ ਪ੍ਰਾਈਵੇਟਾਈਜ਼ ਕਰਨੇ। ਅਸੀਂ ਕਿਉਂਕਿ ਪਬਲਿਕ ਸੈਕਟਰ ਬੈਂਕਸ ਅੱਜ ਦੀ ਤਰੀਕ ਵਿੱਚ ਦੇ ਆਰ ਕੈਟਰਿੰਗ ਟੂ ਦਾ ਨੀਡਸ ਆਫ ਦਾ ਪੂਅਰ ਪੀਪਲ, ਦੇ ਆਰ ਕੈਟਰਿੰਗ ਟੂ ਦਾ ਨੀਡਸ ਆਫ ਦਾ ਡਾਊਨ ਟ੍ਰੋਡਨ ਸੈਕਸ਼ਨਸ ਆਫ ਦਾ ਸੋਸਾਇਟੀ। ਔਰ ਜਿੰਨੇ ਸੈਕਟਰਸ ਹੈ, ਚਾਹੇ ਉਹ ਐਗਰੀਕਲਚਰ ਸੈਕਟਰ ਹੈ, ਚਾਹੇ ਉਹ ਇੰਡਸਟਰੀ ਹੈ, ਹਰ ਸੈਕਟਰ ਨੂੰ ਪਬਲਿਕ ਸੈਕਟਰ ਬੈਂਕਸ ਵੱਲੋਂ ਜਿਹੜਾ ਨਾ ਉਹ ਇਨ ਦਾ ਸ਼ੇਪ ਆਫ ਲੋਨਸ ਐਂਡ ਐਡਵਾਂਸਿਸ ਅਸੀਂ ਹੈਲਪ ਕਰ ਰਹੇ ਹਾਂ ਸੋਸਾਇਟੀ ਦੀ। ਔਰ ਜਿੰਨੀਆਂ ਗੌਰਮੈਂਟ ਦੀਆਂ ਸਕੀਮ ਇੰਪਲੀਮੈਂਟ ਕਰਦੇ ਆ, ਚਾਹੇ ਓਲਡ ਏਜ ਪੈਨਸ਼ਨ ਹੈ, ਚਾਹੇ ਉਹ ਅਟਲ ਪੈਨਸ਼ਨ ਯੋਜਨਾ ਹੈ, ਚਾਹੇ ਉਹ ਕੋਈ ਬੁਢਾਪਾ ਪੈਨਸ਼ਨ ਹੈ, ਚਾਹੇ ਉਹ ਇਹ ਉਜਵਲਾ ਯੋਜਨਾ ਹੈ, ਕੋਈ ਵੀ ਜਿਹੜੀਆਂ ਸਕੀਮਾਂ ਜਿਹੜੀਆਂ ਗੌਰਮੈਂਟ ਦੀਆਂ ਉਹ ਸਾਰੇ ਪਬਲਿਕ ਸੈਕਟਰ ਬੈਂਕਸ ਇੰਪਲੀਮੈਂਟ ਕਰਦੇ ਆ। ਔਰ ਮੋਦੀ ਸਾਹਿਬ ਨੇ ਲਾਲ ਕਿਲੇ ਤੇ ਖੜੇ ਹੋ ਕੇ ਕਿਹਾ ਸੀ ਵੀ ਮੈਂ ਨਾ ਮੈਂ ਦੇਸ਼ ਬਿਕਨੇ ਦੂੰਗਾ, ਕਸਮ ਮੈਂ ਇਸ ਮਿੱਟੀ ਕੀ ਖਾਤਾ ਹੂੰ, ਦੇਸ਼ ਨਹੀਂ ਬਿਕਨੇ ਦੂੰਗਾ। ਅੱਜ ਮੋਦੀ ਸਾਹਿਬ ਆਪਣੀ ਉਸ ਸਟੇਟਮੈਂਟ ਨੂੰ ਭੁੱਲ ਕੇ ਪਬਲਿਕ ਸੈਕਟਰ ਬੈਂਕਸ ਆ ਜਿਹੜੇ ਉਹਨਾਂ ਸਾਰਿਆਂ ਨੂੰ ਇਨਕਲੂਡਿੰਗ ਜਿਹੜੀਆਂ ਪਬਲਿਕ ਸੈਕਟਰ ਅੰਡਰਟੇਕਿੰਗਸ ਹੈ ਉਹਨਾਂ ਸਾਰਿਆਂ ਨੂੰ ਵੇਚਣ ਜਾ ਰਹੇ ਨੇ। ਪੰਜਾਬ 'ਚ ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਸਰਕਾਰ ਨੇ ਇੱਕ ਵਾਰੀ ਫਿਰ ਜਿੱਥੇ ਨਾਈਟ ਕਰਫਿਊ ਦਾ ਐਲਾਨ ਕੀਤਾ ਹੈ, ਉੱਥੇ ਨਾਈਟ ਕਰਫਿਊ ਲੱਗਣ ਨਾਲ ਵਪਾਰੀ ਵਰਗ ਨੂੰ ਵੀ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਮੌਕੇ ਵਪਾਰੀਆਂ ਨੇ ਕਿਹਾ ਹੈ ਕਿ ਕਰੋਨਾ ਕਾਲ 'ਚ ਪਹਿਲਾਂ ਹੀ ਕਾਫੀ ਨੁਕਸਾਨ ਝੱਲਣਾ ਪਿਆ ਤੇ ਹੁਣ ਦੁਬਾਰਾ ਨਾਈਟ ਕਰਫਿਊ ਨਹੀਂ ਲੱਗਣਾ ਚਾਹੀਦਾ। ਇਸ ਦੇ ਨਾਲ ਹੀ ਉਹਨਾਂ ਸਰਕਾਰ ਨੂੰ ਰਾਤ ਵਿੱਚ ਕੰਮ ਕਰਨ ਵਾਲਿਆਂ ਬਾਰੇ ਵੀ ਸੋਚਣ ਲਈ ਕਿਹਾ ਹੈ। ਪੰਜਾਬ 'ਚ ਇੱਕ ਵਾਰ ਫਿਰ ਕਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਨੇ, ਜਿਸ ਦੇ ਚੱਲਦੇ ਸਰਕਾਰ ਵੱਲੋਂ ਇੱਕ ਵਾਰੀ ਫਿਰ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ। ਦੂਜੇ ਪਾਸੇ ਨਾਈਟ ਕਰਫਿਊ ਤੋਂ ਵਪਾਰੀ ਵਰਗ ਅਤੇ ਧਾਰਮਿਕ ਸਮਾਗਮ ਕਰਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਵਪਾਰੀ ਵਰਗ ਤੇ ਧਾਰਮਿਕ ਸਮਾਗਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਰਾਤ ਨੂੰ ਕਰਫਿਊ ਲਗਾਉਣ ਨਾਲ ਕਰੋਨਾ ਮਰ ਜਾਂਦਾ ਹੈ ਤੇ ਜਿਹੜੇ ਸਵੇਰੇ ਲੋਕੀ ਇਕੱਠੇ ਹੋ ਕੇ ਹੜਤਾਲ ਤੇ ਰੋਸ ਪ੍ਰਦਰਸ਼ਨ ਕਰਦੇ ਨੇ, ਕਰੋਨਾ ਉਹਨਾਂ ਨੂੰ ਕੁਝ ਨਹੀਂ ਕਹਿੰਦਾ। ਨਾਲ ਹੀ ਉਹਨਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪਹਿਲਾਂ ਹੀ ਕਰੋਨਾ ਕਾਲ ਦੌਰਾਨ ਉਹਨਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਤੇ ਹੁਣ ਉਹ ਦੁਬਾਰਾ ਨੁਕਸਾਨ ਨਹੀਂ ਝੱਲਣਾ ਚਾਹੁੰਦੇ। ਇਸ ਲਈ ਨਾਈਟ ਕਰਫਿਊ ਤੇ ਰੋਕ ਲਗਾਉਣੀ ਚਾਹੀਦੀ ਹੈ ਤਾਂ ਕਿ ਰਾਤ ਨੂੰ ਕੰਮਕਾਜ ਕਰਨ ਵਾਲਿਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। 2020 ਦੀ ਜਿਹੜੀ ਸੱਟ ਆ ਸਾਡੀ ਇੰਡਸਟਰੀ ਅਜੇ ਤੱਕ ਨਹੀਂ ਭੁੱਲੀ। ਇੰਨੀ ਕੁ ਸੱਟ ਲੱਗੀ ਸੀ, ਸਾਡੇ ਵਰਕਰ ਵਿਹਲੇ ਹੋ ਗਏ, ਕਈ ਵਰਕਰਾਂ ਨੇ ਸਾਡਿਆਂ ਨੇ ਖੁਦਕੁਸ਼ੀਆਂ ਕੀਤੀਆਂ ਨੇ,
ਮਤਲਬ ਸਾਡੀ ਇੰਡਸਟਰੀ ਦਾ 70,000 ਕਰੋੜ ਰੁਪਏ ਦਾ ਲਾਸ ਹੋਇਆ ਸੀ, ਜਿਹੜਾ ਕਿ ਮੈਂ ਅੱਗੇ ਵੀ ਕਰ ਚੁੱਕਾ ਹਾਂ। ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਕਰੋਨਾ ਜਿਹੜਾ ਡੇ ਟਾਈਮ ਤੇ ਨਹੀਂ ਹੁੰਦਾ ਤੇ ਰਾਤ ਨੂੰ ਬਾਹਰ ਨਿਕਲ ਆਉਂਦਾ। ਸਾਨੂੰ ਅੱਜ ਤੱਕ ਇਹ ਨਹੀਂ ਸਮਝ ਲੱਗਦੀ ਪਈ ਵੀ ਦਿਨ ਦੇ ਵਿੱਚ ਤੁਸੀਂ ਮੁਜ਼ਾਹਰੇ ਹੋ ਰਹੇ ਨੇ, ਕਿਸਾਨ ਯੂਨੀਅਨ ਜਿਹੜੀਆਂ ਨੇ ਆਪਣੀਆਂ ਜਥੇਬੰਦੀਆਂ ਦੇ ਨਾਲ ਅੱਜ 4 ਮਹੀਨਿਆਂ ਤੋਂ ਪ੍ਰੋਟੈਸਟ ਕਰ ਰਹੀਆਂ ਨੇ, ਜਾਂ ਜਿੱਥੇ ਵੀ ਕੋਈ ਸਮਾਗਮ ਹੁੰਦਾ ਜਾਂ ਸਰਕਾਰੀ ਸਮਾਗਮ ਹੁੰਦਾ ਉੱਥੇ ਕਦੀ ਕਰੋਨਾ नहीं आया। रात ਨੂੰ ਕਰੋਨਾ ਨਿਕਲਦਾ ਜੋ कि फंक्शनों ਦੇ ਵਿੱਚ ਵੜ ਜਾਂਦਾ। हमारी जो वेडिंग इंडस्ट्री है 45,000 करोड़ की इंडस्ट्री है, इसके साथ 10-15 इंडस्ट्रीज जुड़ी हुई हैं, ज्वेलरी, वॉचेस, लग्जरी, कपड़ा, ट्रूज़ो, बैंड मतलब जो घोड़ी के साथ शादी वाला बैंड, फोटोग्राफर, डीजेस, साउंड, लाइट, बहुत सारी एंसेलरी रूट्स हैं, सबके लिए लॉस होएगा। अभी रिस्ट्रिक्शन एक कैप भी आ गया, 200 लोग आउटडोर में और 100 लोग इंडोर में, तो वो ये वही सिचुएशन आ रही है जो पिछले साल पैदा हो गई थी, उसी का रिपीट हम सुन रहे हैं अभी। ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਕਰਫਿਊ ਰਾਤ ਦਾ ਲਗਾਇਆ ਗਿਆ ਹੈ, ਇਹ ਸਾਡੀ ਹੋਟਲ ਅਤੇ ਰੈਸਟੋਰੈਂਟ ਇੰਡਸਟਰੀ ਲਈ ਬਹੁਤ ਗਲਤ ਹੈ, ਕਿਉਂਕਿ ਅਸੀਂ ਹੁਣ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਿਆ ਸੀ ਤੇ ਕੰਮ ਅਸੀਂ ਆਪਣੇ ਚਲਾਏ ਸੀ, ਸਾਰੇ ਅਸੀਂ ਆਪਣੇ ਵਰਕਰ ਵੀ ਦੁਬਾਰਾ ਵਾਪਸ ਬੁਲਾਏ ਸੀਗੇ। ਤੁਸੀਂ ਦੇਖੋ ਵੀ ਕਰਫਿਊ ਲੱਗਣ ਦੇ ਨਾਲ ਸਾਡੀ ਹੋਟਲ ਇੰਡਸਟਰੀ ਨੂੰ, ਰਿਜ਼ੋਰਟ ਇੰਡਸਟਰੀ ਨੂੰ, ਰੈਸਟੋਰੈਂਟ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪੈਣਾ ਹੈ, ਔਰ ਸਾਡੇ ਮੁਕਾਬਲੇ ਬਾਕੀ ਜਿਹੜੀਆਂ ਦੂਜੀਆਂ ਇੰਡਸਟਰੀਆਂ, ਚਾਹੇ ਕੋਈ ਫੈਕਟਰੀ ਹੈ ਚਾਹੇ ਕੁਝ ਵੀ ਹੈ, ਉਹਨੂੰ 24 ਘੰਟੇ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਹੈ, ਬਿਲਕੁਲ ਗਲਤ ਹੈ। ਸਾਡੀ ਜਿਹੜੀ ਇੰਡਸਟਰੀ ਹੈ ਉਹ ਬਿਲਕੁਲ ਟ੍ਰੇਨਡ ਇੰਡਸਟਰੀ ਹੈ, ਸਕਿਲਡ ਸਾਡੇ ਕੋਲ ਲੇਬਰ ਨੇ, ਉਹ ਸਹੀ ਤਰ੍ਹਾਂ ਕੰਮ ਕਰਦੇ ਨੇ। ਬਾਕੀ ਇੰਡਸਟਰੀ 'ਚ ਤਾਂ ਸਕਿਲ ਲੇਬਰ ਦੀ ਬੜੀ ਕਮੀ ਹੈ। ਅਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਬਿਲਕੁਲ ਸਹਿਮਤ ਨਹੀਂ ਗਏ ਤੇ ਅਸੀਂ ਰਿਕੁਐਸਟ ਕਰਦੇ ਹਾਂ ਵੀ ਇਹ ਜਿਹੜੇ ਇਹਨਾਂ ਨੇ ਰਿਸਟ੍ਰਿਕਸ਼ਨ ਲਗਾਈਆਂ ਇਹ ਖਤਮ ਕਰਕੇ ਲੋਕਾਂ ਨੂੰ ਜਾਗਰੂਕ ਅਤੇ ਸਖਤੀ ਵਰਤੀ ਜਾਵੇ ਵੀ ਕੋਵਿਡ ਤੋਂ ਬਚਾਅ ਕਿੱਦਾਂ ਕੀਤਾ ਜਾਵੇ। ਤੇ ਸਾਨੂੰ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ, ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।